गुड मॉर्निंग डियर स्टूडेंट। बेटा अज आप 25 लैसन रीड करांगे। कल भी अपना लैसन ये रीड किया सी, अज आप ऑलमोस्ट ये लैसन कंप्लीट कर देवांगे। सो नाउ स्टार्ट करते हैं फ्रीडम। क्योंकि कल आप पढ़िया सीगा जस्टिस बारे पढ़िया सी, ठीक है। ਉਹਦੇ ਵਿੱਚ सोशल जस्टिस, इकनॉमिक जस्टिस एंड पोलीटिकल जस्टिस। सो ਜਿਹੜਾ ਲੈਸਨ ਨੇਮ ਹੈਗਾ ਵਾ ਇੰਪੋਰਟੈਂਸ ਐਂਡ ਪ੍ਰਿੰਸੀਪਲ ਆਫ ਸੈਕੂਲਰਿਜ਼ਮ। ਓਕੇ, ਉਹਦੇ ਵਿੱਚ ਆਪਾਂ ਨੂੰ ਇਹ ਟੌਪਿਕ ਦਿੱਤੇ ਗਏ ਆ। ਪਹਿਲਾ ਫਰੀडम, ਇਕੁਐਲਿਟੀ, ਬ੍ਰਦਰਹੁੱਡ ਐਂਡ ਨੈਸ਼ਨਲ ਇਕੁਐਲਿਟੀ ਐਂਡ ਯੂਨਿਟੀ। ਠੀਕ ਹੈ। ਸੋ ਨਾਓ ਆਪਾਂ ਸਟਾਰਟ ਕਰਦੇ ਹਾਂ, ਗੱਲ ਕਰਾਂਗੇ ਫਰੀडम ਬਾਰੇ। ਓਕੇ, ਫਰੀडम ਮੀਨਸ ਐਬਸੈਂਸ ਆਫ ਕੰਸਟ੍ਰੇਨ। ਜੇ ਫਰੀडम मतलब ਸੁਤੰਤਰਤਾ। ਓਕੇ, ਫਰੀडम ਦਾ ਮੀਨਸ ਕੀ ਆ ਵੀ ਪਾਬੰਦੀਆਂ ਦੇ ਬਿਨਾਂ ਜਿਹੜੀ ਆਜ਼ਾਦੀ ਹੁੰਦੀ ਉਹਨੂੰ ਆਪਾਂ ਫਰੀडम ਕਹਿੰਦੇ ਆ। ਓਕੇ, ਸੋ ਮੰਨ ਕੇ ਚਲੋ ਬੇਟਾ ਹੁਣ ਤੁਸੀਂ ਹੋ, ਤੁਹਾਨੂੰ ਬੋਲਣ ਦਾ ਅਧਿਕਾਰ ਹੈ। ਠੀਕ ਆ, ਤੁਸੀਂ ਕਿਸੇ ਵੀ ਗੱਲ ਨੂੰ ਮਤਲਬ ਕਿ ਕਿਸੇ ਮੁੱਦੇ 'ਤੇ ਬੋਲ ਸਕਦੇ ਆ ਆਪਣੀ ਗੱਲ ਨੂੰ। ਜੇਕਰ ਕੋਈ ਤੁਹਾਡਾ ਸ਼ੋਸ਼ਣ ਕਰ ਰਿਹਾ ਵਾ, ਤੁਸੀਂ ਉਹਦੇ ਅਗੇਂਸਟ ਬੋਲ ਸਕਦੇ ਆ। ਠੀਕ ਹੈ, ਮਤਲਬ ਕਿ ਤੁਹਾਨੂੰ ਬੋਲਣ ਦਾ ਅਧਿਕਾਰ ਹੈਗਾ ਵਾ ਫਰੀडम ਦੇ ਅਨੁਸਾਰ। ਤੁਸੀਂ ਕੀ ਆ, ਤੁਸੀਂ ਯੂਨੀਅਨ ਕ੍ਰੀਏਟ ਕਰ ਸਕਦੇ ਹੋ। ਠੀਕ ਆ, ਸਾਰੀ ਕੰਟਰੀ ਵਿੱਚ ਘੁੰਮ ਸਕਦੇ ਆ, ਸਾਰੀ ਇੰਡੀਆ ਵਿੱਚ ਘੁੰਮ ਸਕਦੇ, ਸਾਰਾ ਇੰਡੀਆ ਜਿਹੜਾ ਆਪਣਾ ਉਹਦੇ ਵਿੱਚ ਘੁੰਮ ਸਕਦੇ ਤੁਸੀਂ ਬਿਨਾਂ ਕਿਸੇ ਪਾਬੰਦੀ ਦੇ। ਓਕੇ, ਕਿਤੇ ਵੀ ਤੁਸੀਂ ਆਪਣਾ ਰੁਜ਼ਗਾਰ ਕਰ ਸਕਦੇ ਹੋ। ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਬਿਹਾਰ ਵਾਲੇ ਆ, ਉਹ ਆਪਣੇ ਪੰਜਾਬ ਵਿੱਚ ਆ ਕੇ ਰੁਜ਼ਗਾਰ ਚਾਹੁੰਦੇ, ਉਹਨਾਂ ਨੂੰ ਪੂਰੀ ਫਰੀडम ਆ। ਓਕੇ, ਸੋ ਨਾਓ ਆਪਾਂ ਸਟਾਰਟ ਕਰਦੇ ਹਾਂ। ਅੰਡਰ ਇੰਡੀਅਨ ਕੌਨਸਟੀਟਿਊਸ਼ਨ ਆਲ ਸਿਟੀਜ਼ਨਸ ਹੈਵ ਦੀ ਰਾਈਟ ਟੂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ। ਆਪਾਂ ਨੂੰ ਬੋਲਣ ਦਾ ਅਧਿਕਾਰ ਹੈ। ਠੀਕ ਹੈ, ਆਪਾਂ ਕੋਈ ਵੀ ਜੇਕਰ ਕੋਈ ਆਪਣਾ ਸ਼ੋਸ਼ਣ ਕਰ ਰਿਹਾ, ਜੇਕਰ ਕੋਈ ਆਪਣੇ 'ਤੇ ਧੱਕੇਸ਼ਾਹੀ ਕਰ ਰਿਹਾ, ਤਾਂ ਆਪਾਂ ਉਹਦੇ ਖਿਲਾਫ ਕੀ ਆ, ਉਹਦੇ ਅਗੇਂਸਟ ਬੋਲ ਸਕਦੇ ਹਾਂ। ਜੇਕਰ ਕੋਈ ਨੇਤਾ ਜਾਂ ਕੋਈ ਸਰਕਾਰ, ਠੀਕ ਹੈ, ਆਪਣੇ ਕੀਤੇ ਵਾਅਦੇ ਦੇ ਅਨੁਸਾਰ ਕੰਮ ਨਹੀਂ ਕਰ ਰਹੀ, ਤਾਂ ਆਪਾਂ ਉਹਦੇ 'ਤੇ ਕੀ ਆ, ਟਿੱਪਣੀ ਕਰ ਸਕਦੇ ਹਾਂ। ਅਸੈਂਬਲੀ ਇਨ ਏ ਪੀਸਫੁਲ ਮੈਨਰ। ਆਪਾਂ ਕੀ ਆ, ਆਪਾਂ ਸਭਾ ਕਰ ਸਕਦੇ ਹਾਂ, ਪਰ ਇਹਦੇ ਲਈ ਕੀ ਇੱਕ ਰੂਲ ਆ ਕਿ ਆਪਾਂ ਪੀਸਫੁਲ ਜਿਹੜਾ ਮੈਨਰ ਦੇ ਸ਼ਾਂਤੀਪੂਰਨ ਢੰਗ ਨਾਲ ਕੀ ਹੈ ਸਭਾ ਇਕੱਠੀ ਕਰ ਸਕਦੇ, ਆਪਣੀ ਗੱਲਬਾਤ ਕਰ ਸਕਦੇ ਉਹਦੇ ਵਿੱਚ। ਠੀਕ ਹੈ, ਜੋ ਵੀ ਕਰਨਾ ਚਾਹੁੰਦੇ ਹੋ ਤੁਸੀਂ। ਫਰੋਮ ਐਸੋਸੀਏਸ਼ਨ ਐਂਡ ਯੂਨੀਅਨਸ, ਕੀ ਆਪਾਂ ਕੀ ਬਣਾ ਸਕਦੇ ਹਾਂ, ਯੂਨੀਅਨਸ ਕ੍ਰੀਏਟ ਕਰ ਸਕਦੇ ਹਾਂ। ਜਿੱਦਾਂ ਟੀਚਰਸ ਯੂਨੀਅਨ ਹੁੰਦੀਆਂ ਨਾ, ਸਟੂਡੈਂਟ ਯੂਨੀਅਨਸ ਹੁੰਦੀਆਂ, ਤਾਂ ਜੋ ਵੀ ਉਹਨਾਂ ਦੇ ਮਤਲਬ ਕਿ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ, ਉਹਦੇ ਅਗੇਂਸਟ ਕੀ ਆ ਉਹ ਬੋਲਦੇ ਆ। ਠੀਕ ਆ, ਜੋ ਵੀ ਉਹਨਾਂ ਨੇ ਮੰਗਾਂ ਮੰਗਵਾਉਣੀਆਂ ਹੁੰਦੀਆਂ ਗੌਰਮੈਂਟ ਤੋਂ ਜਾਂ ਹੋਰ ਅਦਾਰੇ ਤੋਂ, ਠੀਕ ਆ, ਹੋਰ ਡਿਪਾਰਟਮੈਂਟ ਤੋਂ, ਤਾਂ ਕੀ ਆ ਉਹ ਕੀ ਆ ਉਹਨਾਂ ਯੂਨਿਟੀਜ਼ ਬਣਾ ਕੇ ਕੀ ਆ ਉਹਨਾਂ ਦਾ ਹੱਲ ਕਰਦੇ। ਠੀਕ ਆ, ਯੂਨਿਟੀਜ਼ ਦੇ ਨਾਲ ਕੀ ਆ ਜੋ ਮੰਗਾਂ ਹੁੰਦੀਆਂ ਲੈਣੀਆਂ ਹੁੰਦੀਆਂ ਸਰਕਾਰ ਤੋਂ ਲੈਣੀਆਂ ਹੁੰਦੀਆਂ ਜਾਂ ਕਿਸੇ ਅਦਾਰੇ ਤੋਂ ਲੈਣੀਆਂ ਹੁੰਦੀਆਂ, ਤਾਂ ਉਹ ਯੂਨਿਟੀ ਦੇ ਥਰੂ ਉਹਨਾਂ ਨਾਲ ਗੱਲਬਾਤ ਕਰਦੇ ਆ। ਠੀਕ ਆ, ਯੂਨਿਟੀ ਆਪਾਂ ਕਹਿੰਦੇ ਨਾ, ਯੂਨਿਟੀ ਇਜ਼ ਸਟਰੈਂਥ, ਯੂਨਿਟੀ ਇਜ਼ ਸਟਰੈਂਥ। ਓਕੇ, ਮੂਵ ਫਰੀਲੀ ਥਰੂ ਆਊਟ ਆਫ ਦੀ ਕੰਟਰੀ। ਆਪਾਂ ਕੀ ਆ, ਆਪਾਂ ਆ ਜਾ ਸਕਦੇ ਹਾਂ। ਠੀਕ ਹੈ, ਸਾਰੀ ਕੰਟਰੀ ਵਿੱਚ ਬਿਨਾਂ ਕਿਸੇ ਪਾਬੰਦੀ ਦੇ। ਠੀਕ ਹੈ, ਕੋਈ ਰੋਕ ਟੋਕ ਨਹੀਂ। ਪ੍ਰੈਕਟਿਸ ਐਨੀ ਪ੍ਰੋਫੈਸ਼ਨ ਔਰ ਟੂ ਕੈਰੀ ਔਨ ਐਨੀ ਆਕੂਪੇਸ਼ਨ, ਟ੍ਰੇਡ ਔਰ ਬਿਜ਼ਨਸ। ਆਪਾਂ ਕੀ ਆ, ਆਪਾਂ ਕਿਸੇ ਵੀ ਆਪਣੇ ਭਾਰਤ ਦੇਸ਼ ਵਿੱਚ ਕਿਸੇ ਵੀ ਕੋਨੇ ਵਿੱਚ ਕੀ ਆਪਾਂ ਆਪਦਾ ਬਿਜ਼ਨਸ ਕਰ ਸਕਦੇ। ਠੀਕ ਆ, ਆਪਾਂ ਉੱਥੇ ਵਪਾਰ ਕਰ ਸਕਦੇ। ਠੀਕ ਆ, ਜਿੱਦਾਂ ਪੰਜਾਬ ਬੰਗਾਲ ਨਾਲ ਪੰਜਾਬ, ਠੀਕ ਆ, ਕੋਲਕਾਤਾ ਨਾਲ ਵਪਾਰ ਕਰ ਸਕਦਾ, ਗੁਜਰਾਤ ਨਾਲ ਕਰ ਸਕਦਾ, ਇੱਦਾਂ ਮਤਲਬ ਕਿ ਚੱਲਦਾ ਰਹਿੰਦਾ। ਠੀਕ ਹੈ, ਇਕੁਐਲਿਟੀ ਸਮਾਨਤਾ ਹੋ ਗਈ। ਠੀਕ ਹੈ, ਜਿਹੜੇ ਬੇਟਾ ਆਪਣੇ ਦੇਸ਼ ਦੇ ਨਾਗਰਿਕ ਆ ਸਾਰੇ ਕੀ ਆ, ਉਹ ਸਮਾਨ ਆ। ਠੀਕ ਆ, ਆਪਾਂ ਉਹਨਾਂ ਦੇ ਨਾਲ ਧਰਮ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ, ਜਾਤ ਦੇ ਆਧਾਰ 'ਤੇ ਕੀ ਆ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ। ਠੀਕ ਹੈ, ਸਾਰੇ ਜਿਹੜਾ ਆਪਣਾ ਕੌਨਸਟੀਟਿਊਸ਼ਨ ਆ ਉਹ ਕੀ ਆ, ਉਹ ਆਪਾਂ ਨੂੰ ਰਾਈਟ ਦਿੰਦਾ, ਇਕੁਐਲਿਟੀ ਦਾ ਰਾਈਟ ਦਿੰਦਾ। ਠੀਕ ਹੈ, ਵੀ ਸਾਰੇ ਲੋਕ ਸਮਾਨ ਆ। ਇਹ ਜਿਹੜਾ ਰਾਈਟਸ ਦਿੱਤਾ ਗਿਆ ਆਪਾਂ ਨੂੰ 14 to 80 ਆਫ ਦੀ ਇੰਡੀਅਨ ਕੌਨਸਟੀਟਿਊਸ਼ਨ ਸਟੇਟ ਦੀ ਰਾਈਟ ਟੂ ਇਕੁਐਲਿਟੀ ਇਨ ਵੇਰੀਅਸ ਮੈਨਰਸ। ਠੀਕ ਹੈ, ਓਕੇ, ਜਿਹੜਾ ਆਪਾਂ ਨੂੰ ਇਹ ਇਹਨਾਂ ਨੇ ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਵੱਖ-ਵੱਖ ਖੇਤਰਾਂ ਵਿੱਚ ਸਮਾਨਤਾ ਦਿੱਤੀ ਗਈ ਹੈ। ਠੀਕ ਹੈ, ਆਲ ਆਰ ਇਕੁਅਲ ਬਿਫੋਰ ਦੀ ਲਾਅ। ਸਾਰੇ ਕੀ ਆ, ਕਾਨੂੰਨ ਦੇ ਸਾਹਮਣੇ ਕੀ ਹੈ, ਇਕੁਅਲ ਆ। ਠੀਕ ਆ, ਅਤੇ ਉਹਨਾਂ ਨੇ ਕੀ ਆ ਵੀ ਮਤਲਬ ਕਿ ਇਕੁਅਲਿਟੀ ਪੈਦਾ ਕੀਤੀ ਸਾਰਿਆਂ ਵਿੱਚ। ਠੀਕ ਹੈ, ਲਾਅ ਅਪਲਾਈਜ਼ ਇਨ ਦੀ ਸੇਮ ਮੈਨਰ ਟੂ ਆਲ।
ਇਟ ਮੀਨਸ ਦੈਟ ਨੋ ਪਰਸਨ ਇਜ਼ ਅਬਵ ਦੀ ਲਾਅ। ਠੀਕ ਹੈ, ਸਾਰਿਆਂ ਲਈ ਕੀ ਆ, ਸੇਮ ਆ ਲਾਅ। ਅਤੇ ਕਹਿੰਦੇ ਵੀ ਲॉस ਪਰਸਨ ਜਿਹੜੇ ਮਨੁੱਖ ਆ ਉਹਨਾਂ ਤੋਂ ਉੱਪਰ ਲਾਅ ਆ। ਠੀਕ ਆ, ਹਾਲਾਂਕਿ ਮਨੁੱਖ ਨਹੀਂ ਉੱਪਰ। ਮੰਨ ਕੇ ਚਲੋ ਬੇਟਾ ਕਿਸੇ ਨੇ ਅਪਰਾਧ ਕਰਤਾ ਜਾਂ ਰਿਚ ਮੈਨ ਨੇ ਅਪਰਾਧ ਕਰਤਾ, ਠੀਕ ਹੈ, ਇਹਦਾ ਮੀਨਿੰਗ ਇਹ ਨਹੀਂ ਕਿ ਉਹਦੇ ਪੱਖ ਵਿੱਚ ਜੇ ਉਹ ਕਿਸੇ ਨੂੰ ਪੱਖ ਵਿੱਚ ਫੈਸਲਾ ਸੁਣਾਇਆ ਜਾਏਗਾ। ਚਲੋ ਤੁਸੀਂ ਹੁਣ ਇਹ ਸਵਾਲ ਤੁਹਾਡੇ ਮਨ ਵਿੱਚ ਪੈਦਾ ਹੁੰਦਾ ਹੋਵੇਗਾ ਕਿ ਜੇਕਰ ਰਿਚ ਮੈਨ ਅਪਰਾਧ ਕਰਦਾ ਤਾਂ ਉਹਦੇ ਕੋਲ ਬਹੁਤ ਸਾਰੀ ਮਨੀ ਹੁੰਦੀ ਹੈ, ਤਾਂ ਉਹ ਜਲਦੀ ਕੀ ਆ, ਪੈਸੇ ਦੇ ਕੇ ਆਪਣੇ ਮਤਲਬ ਕਿ ਰਿਹਾਈ ਕਰਵਾ ਲੈਂਦਾ। ਠੀਕ ਆ, ਸੋ ਉਹ ਵੱਖਰੀ ਗੱਲ ਆ। ਪਰ ਆਪਾਂ ਕੌਨਸਟੀਟਿਊਸ਼ਨ ਦੇ ਅਨੁਸਾਰ ਜੇ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹ ਹੈ ਕਿ ਲਾਅ ਸਾਰਿਆਂ ਲਈ ਇਕੁਅਲ ਆ। ਠੀਕ ਹੈ, ਇਸ ਤੋਂ ਬਾਅਦ ਬੇਟਾ ਆਪਾਂ ਗੱਲ ਕਰਦੇ ਹਾਂ ਬੇਟਾ ਅੰਡਰ ਰਾਈਟ ਟੂ ਇਕੁਅਲ ਗੌਰਮੈਂਟ should not discriminate against any citizen on around only of religion, race, caste, sex or place of birth। ਵੀ ਕੋਈ ਵੀ ਗੌਰਮੈਂਟ ਜਿਹੜੀ ਆ ਇਕੁਐਲਿਟੀ ਦੇ ਰਾਈਟ ਟੂ ਇਕੁਐਲਿਟੀ ਦੇ ਅਕੋਰਡਿੰਗ ਕੀ ਆ, ਕੋਈ ਕਿਸੇ ਨੂੰ ਕੀ ਆ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ ਚਾਹੀਦਾ ਕਿਹਦੇ ਨਾਲ, ਸਿਟੀਜ਼ਨ ਨਾਲ, ਨਾ ਹੀ ਉਹਦੇ ਸਿਟੀਜ਼ਨ ਨਾਲ ਜਿਹੜਾ ਆਪਣਾ ਸਿਟੀਜ਼ਨ ਹੈਗਾ ਭਾਰਤ ਦਾ, ਕਿ ਉਹ ਕਿਹੜੇ ਧਰਮ ਦਾ ਹੈਗਾ, ਕਿਹੜੀ ਰੇਸ ਦਾ ਹੈਗਾ, ਭਾਵ ਕਿਹੜੀ ਨਸਲ ਦਾ ਹੈ, ਕਿਹੜੀ ਕਾਸਟ ਦਾ। ਠੀਕ ਆ, ਉਹਦਾ ਜੈਂਡਰ ਕੀ ਆ। ਸੋ ਕਿਸੇ ਨਾਲ ਆਪਾਂ ਨੂੰ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ ਚਾਹੀਦਾ। ਐਵਰੀ ਸਿਟੀਜ਼ਨ ਸ਼ੈਲ ਹੈਵ ਇਕੁਅਲ ਐਕਸੈਸ ਟੂ ਪਬਲਿਕ ਪਲੇਸਿਸ ਲਾਈਕ ਸ਼ਾਪਸ ਹੋ ਗਈਆਂ, ਰੈਸਟੋਰੈਂਟ, ਹੋਟਲ ਐਂਡ ਸਿਨੇਮਾ ਹਾਲਸ। ਵੀ ਉਹ ਇਹਨਾਂ ਥਾਵਾਂ 'ਤੇ ਜਾ ਸਕਦੇ ਆ ਬਿਨਾਂ ਕਿਸੇ ਡਿਸਕ੍ਰਿਮੀਨੇਸ਼ਨ ਦੇ। ਓਕੇ ਬੇਟਾ, ਸੋ ਨੈਕਸਟ ਆਏਗਾ ਬ੍ਰਦਰਹੁੱਡ। ਠੀਕ ਹੈ, ਨੈਕਸਟ ਕੀ ਆ, ਬ੍ਰਦਰਹੁੱਡ, ਭਾਈਚਾਰਾ ਜਿਹਨੂੰ ਆਪਾਂ ਕਹਿੰਦੇ ਨੇ। ਇੰਡੀਅਨ ਕੌਨਸਟੀਟਿਊਸ਼ਨ ਇਨਕਰਜ ਦੀ ਸਿਟੀਜ਼ਨਸ ਆਫ ਇੰਡੀਆ ਟੂ ਸਪਰੈਡ ਯੂਨੀਵਰਸਲ ਬ੍ਰਦਰਹੁੱਡ। ਓਕੇ, ਜਿਹੜਾ ਆਪਣਾ ਇੰਡੀਅਨ ਕੌਨਸਟੀਟਿਊਸ਼ਨ ਆ ਉਹ ਕੀ ਆ, ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਅੰਦਰ ਭਾਈਚਾਰੇ ਦੀ ਭਾਵਨਾ। ਸੋ ਕੀ ਆ, ਭਾਰਤੀ ਸੰਵਿਧਾਨ ਵਿੱਚ ਨਾਗਰਿਕਾਂ ਅੰਦਰ ਜਿਹੜੇ ਆ ਭਾਈਚਾਰੇ ਦੀ ਭਾਵਨਾ ਵਿਕਸਿਤ ਕਰਨ ਲਈ ਕਿ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ। ਓਕੇ, ਸੋ ਦੀ ਸਪਿਰਿਟ ਆਫ ਬ੍ਰਦਰਹੁੱਡ ਮਸਟ prevail among the Indian because of people from different religious and communities reside here। ਦੇਖੋ, ਕਿਉਂਕਿ ਆਪਣੇ ਇੰਡੀਆ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਆ, ਬਹੁਤ ਸਾਰੀਆਂ ਕਮਿਊਨਿਟੀਜ਼ ਰਹਿੰਦੀਆਂ। ਸੋ ਇਹਨਾਂ ਨੂੰ ਕੀ ਆ, ਇਹਨਾਂ ਵਿੱਚ ਭਾਈਚਾਰਾ ਪੈਦਾ ਕਰਨ ਲਈ, ਇਹਨਾਂ ਵਿੱਚ ਬ੍ਰਦਰਹੁੱਡ ਵਾਲੀ ਸਪਿਰਿਟ ਪੈਦਾ ਕਰਨ ਲਈ, ਸੋ ਇਹਨਾਂ ਨੂੰ ਕੀ ਆ, ਜਿਹੜਾ ਆਪਣਾ ਕੌਨਸਟੀਟਿਊਸ਼ਨ ਆ ਉਹ ਕੀ ਆ, ਇਨਕਰਜ ਕਰਦਾ। ਓਕੇ, ਸੋ ਆਪਾਂ ਨੂੰ ਸਾਰਿਆਂ ਨੂੰ ਧਰਮ, ਜਾਤ, ਲਿੰਗ ਤੋਂ ਉੱਪਰ ਉੱਠ ਕੇ ਭਾਈਚਾਰੇ ਦੀ ਭਾਵਨਾ ਆਪਣੇ ਵਿੱਚ ਵਿਕਸਿਤ ਕਰਨੀ ਚਾਹੀਦੀ, ਤਾਂ ਹੀ ਆਪਾਂ ਚੰਗੇ ਰਾਸ਼ਟਰ ਦਾ ਨਿਰਮਾਣ ਕਰ ਸਕਾਂਗੇ। ਇਸ ਤੋਂ ਬਾਅਦ ਨੈਸ਼ਨਲ ਇਕੁਐਲਿਟੀ ਐਂਡ ਯੂਨਿਟੀ। ਠੀਕ ਹੈ ਬੇਟਾ, ਆਪਣਾ ਦੇਸ਼ ਹੈ ਜਿਹੜਾ, ਇਹ ਦੇਸ਼ ਬਹੁਤ ਸਾਰੀਆਂ ਵਿਭਿੰਨਤਾ ਵਾਲਾ ਦੇਸ਼ ਹੈ। ਠੀਕ ਹੈ, ਦੀ ਪੀਪਲ ਲਿਵਿੰਗ ਇਨ ਡਿਫਰੈਂਟ ਪਾਰਟ ਆਫ ਇੰਡੀਆ ਆਰ ਡਿਫਰੈਂਟ, ਦੇ ਬਿਲੋਂਗ ਟੂ ਡਿਫਰੈਂਟ ਕਾਸਟ, ਰੇਸਿਸ ਐਂਡ ਟ੍ਰਾਈਬਸ, देयर फीचर्स, फूड हैबिट, ड्रेस, सोशल कॉस्ट्यूम ਐਂਡ ਲੈਂਗੁਏਜ ਆਰ ਡਿਫਰੈਂਟ। ਦੇਖੋ, ਆਪਣੇ ਦੇਸ਼ ਵਿੱਚ ਬਹੁਤ ਸਾਰੀਆਂ ਰੀਤੀ ਰਿਵਾਜ ਹੈਗੇ ਆ, ਬਹੁਤ ਸਾਰੀਆਂ ਨਸਲਾਂ, ਬਹੁਤ ਸਾਰੇ ਕਾਸਟਾਂ ਦੇ ਲੋਕ ਰਹਿੰਦੇ ਆ। ਠੀਕ ਆ, ਜਾਤਾਂ ਦੇ ਲੋਕ ਰਹਿੰਦੇ ਆ, ਤਾਂ ਕੀ ਆ, ਬਹੁਤ ਸਾਰੀਆਂ ਲੈਂਗੁਏਜ ਆ। ਸੋ ਇਹ ਮਤਲਬ ਕਿ ਇਹਨਾਂ ਵਿੱਚ ਹੀ ਆਪਾਂ ਕਿੱਦਾਂ ਰਾਸ਼ਟਰੀ ਏਕਤਾ ਪੈਦਾ ਕਰ ਸਕਦੇ ਹਾਂ, ਭਾਵ ਇੱਕ ਚੰਗੇ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਾਂ ਕਿ ਸਾਨੂੰ ਕੀ ਆ, ਇੱਕ ਯੂਨਿਟੀ ਦੇ ਅਨੁਸਾਰ ਪੂਰੇ ਦੇਸ਼ ਨੂੰ, ਕਿਉਂਕਿ ਆਪਣੇ ਦੇਸ਼ ਵਿੱਚ 28 ਜਿਹੜੀਆਂ ਸਟੇਟਸ ਹੈਗੀਆਂ, ਉਹਨਾਂ ਨੂੰ ਕੀ ਆ, ਆਪਾਂ ਨੂੰ ਕੀ ਮੋਟੀਵੇਟ ਕਰਨਾ ਚਾਹੀਦਾ ਕਿ 28 ਸਟੇਟਸ ਦੇ ਨਾਲ ਕੀ ਆ, ਇੱਕ ਪੂਰਾ ਇੰਡੀਆ ਦੇਸ਼ ਬਣਦਾ। ਓਕੇ, ਸੋ ਇੱਕ ਜੇਕਰ ਸਾਰੇ ਲੋਕ ਧਰਮ, ਨਸਲ, ਜਾਤੀ ਤੋਂ ਉੱਪਰ ਉੱਠ ਕੇ ਸੋਚਣਗੇ, ਠੀਕ ਆ, ਤਾਂ ਉਹ ਇੱਕ ਚੰਗੇ ਸਮਾਜ ਦਾ ਨਿਰਮਾਣ ਕਰ ਸਕਦੇ। ਪਰ ਅੱਜ ਵੀ ਬਹੁਤ ਸਾਰੇ ਦੇਸ਼ ਆ, ਕਿਉਂਕਿ ਆਪਾਂ ਨੂੰ ਕੌਨਸਟੀਟਿਊਸ਼ਨ ਕੀ ਆ, ਆਪਾਂ ਨੂੰ ਬਹੁਤ ਸਾਰੇ ਰਾਈਟਸ ਜਿਹੜੇ ਪ੍ਰੋਵਾਈਡ ਕਰਦਾ। ਠੀਕ ਆ, ਇਹਨਾਂ ਨੂੰ ਖਤਮ ਕਰਨ ਲਈ, ਨਸਲ, ਜਾਤ ਨੂੰ, ਠੀਕ ਆ, ਇਹਨਾਂ ਨੂੰ ਖਤਮ ਕਰਨ ਲਈ। ਸੋ ਅੱਜ ਵੀ ਬਹੁਤ ਸਾਰੇ ਲੋਕ ਹੈਗੇ ਆ ਜਿਹੜੇ ਕੀ ਆ ਕਿ ਜਾਤਾਂ, ਨਸਲਾਂ, ਧਰਮਾਂ ਦੇ ਪਿੱਛੇ ਲੜ ਰਹੇ ਆ। ਠੀਕ ਆ, ਕੁਝ ਪ੍ਰਾਂਤ ਹਜੇ ਵੀ ਭਾਰਤ ਤੋਂ ਵੱਖ ਹੋਣ ਦੀ ਮੰਗ ਕਰ ਰਹੇ ਆ, ਪਰ ਇਹ ਨਹੀਂ ਕਰਨਾ ਚਾਹੀਦਾ। ਠੀਕ ਆ, ਸਾਨੂੰ ਮਿਲ ਕੇ ਇੱਕ ਚੰਗੇ ਰਾਸ਼ਟਰ ਦੀ ਕੀ ਆ, ਘੋਸ਼ਣਾ ਕਰਨੀ ਚਾਹੀਦੀ, ਭਾਵ ਇੱਕ ਚੰਗੇ ਰਾਸ਼ਟਰ ਨੂੰ ਕੀ ਆ, ਪ੍ਰਫੁੱਲਿਤ ਕਰਨਾ ਚਾਹੀਦਾ। ਜੇਕਰ ਆਪਣਾ ਚੰਗਾ ਰਾਸ਼ਟਰ ਹੋਵੇਗਾ ਤਾਂ ਆਪਣਾ ਦੇਸ਼ ਡਿਵੈਲਪ ਹੋਵੇਗਾ ਬਹੁਤ ਜ਼ਿਆਦਾ। ਸੋ ਬੇਟਾ, ਆਈ ਹੋਪ ਕਿ ਤੁਹਾਨੂੰ ਸਮਝ ਆਇਆ ਹੋਵੇਗਾ। ਸੋ ਓਕੇ ਬੇਟਾ, ਥੈਂਕ ਯੂ। ਔਰ ਤੁਸੀਂ ਸਾਰਿਆਂ ਨੇ ਇਸ ਚੈਪਟਰ ਨੂੰ ਆਪ ਵੀ ਰੀਡ ਕਰਨਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਕਿਉਂਕਿ ਇੱਕ ਗੱਲ ਹੋਰ ਬੇਟਾ, ਲਾਸਟ 'ਤੇ ਮੈਂ ਕਹਿਣਾ ਚਾਹਾਂਗਾ ਇਸ ਚੈਪਟਰ ਵਿੱਚ ਹੀ, ਜੇਕਰ ਆਪਣਾ ਸਮਾਜ
ਦੇਖੋ ਆਪਣਾ ਸਮਾਜ ਅੱਜ ਕੱਲ੍ਹ ਕਿਹੜੀਆਂ ਚੀਜ਼ਾਂ ਵਿੱਚ ਉਲਝਿਆ ਪਿਆ ਵਾ, ਕਾਸਟ, ਨਸਲ, ਜਾਤ। ਜੇਕਰ ਇਸ ਚੀਜ਼ ਨੂੰ ਉੱਪਰ ਉੱਠਾਂਗੇ, ਇਸ ਚੀਜ਼ ਤੋਂ ਉੱਪਰ ਉੱਠਾਂਗੇ ਤਾਂ ਕੀ ਆਪਾਂ ਤਰੱਕੀ ਦੀ ਰਾਹ ਵੱਲ ਚੱਲਾਂਗੇ, ਆਪਣੇ ਵਿਚਾਰ ਨਵੇਂ ਹੋਣਗੇ, ਆਪਣੇ ਓਪੀਨੀਅਨਸ ਜਿਹੜੇ ਆ ਉਹ ਕੀ ਆ ਉਹਨਾਂ ਵਿੱਚ ਨਵਾਂਪਣ ਹੋਵੇਗਾ। ਸੋ ਆਪਾਂ ਨੂੰ ਸਾਰਿਆਂ ਨੂੰ ਚੰਗੀ ਸੋਚ ਰੱਖ ਕੇ ਅੱਗੇ ਵਧਣਾ ਚਾਹੀਦਾ। ਓਕੇ ਬੇਟਾ, ਥੈਂਕ ਯੂ।